नमस्कार दर्शकों, हम पहुंच चुके हैं एयरपोर्ट। फाइनली असी 7-8 घंटे बाद पहुंच चुके हैं एयरपोर्ट। किधर जाइए ना यार तू और कोई लैन आऊगा अपन ਸੋ ਮੇਰਾ ਲਾਈਫ ਦਾ ਫਸਟ ਐਕਸਪੀਰੀਅੰਸ ਆ ਜੀ ਫਲਾਈਟ ਦਾ। 8 ਨੰबर ਤੇ ਜਾ ਰਹੇ ਆ। 에ਅਰ ਅਰੇਬੀਆ ਵਾਲਾ ਤਾਂ ਉੱਥੇ ਹੀ ਹੈ ਕਹਿੰਦੇ ਕਾਊਂਟਰ। ਸਾਰੇ ਪੰਜਾਬੀ ਨੇ ਭਾਈ, ਕੈਨੇਡਾ ਵਾਲੇ ਭਰੇ ਪਏ ਨੇ ਉਰੇ। ਕੈਨੇਡਾ 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 ਵਾਲੇ ਕੈਨੇਡਾ ਵਾਲੇ ਕੈਨੇਡਾ ਵਾਲੇ ਆ ਕੈਨੇਡਾ ਵਾਲੇ ਕੈਨੇਡਾ ਵਾਲੇ ਕੈਨੇਡਾ ਵਾਲੇ। ਇਹਦੇ ਬੈਗ ਤੇ ਕੋਈ ਧਿਆਨ ਨਾ ਦਿਓ, ਮੈਨੂੰ ਪਤਾ ਇਹਦੀ ਲੁੱਕ ਜ਼ਿਆਦਾ ਸੋਹਣੀ ਨਹੀਂ ਹੈਗੀ। तो फाइनली इमीग्रेशन सिक्योरिटी ਤੇ ਪਤਾ ਨਹੀਂ ਕੀ ਕਲੀਅਰ ਕਰਨ ਤੋਂ ਬਾਅਦ ਮੈਂ ਅੰਦਰ ਆ ਚੁੱਕਿਆ। ਦਿੱਲੀ 에ਅਰਪੋਰਟ ਦੇ ਅੰਦਰ ਅਸੀਂ ਐਂਟਰ ਕਰ ਚੁੱਕੇ ਹਾਂ ਔਰ ਉਸ ਤੋਂ ਅੱਗੇ ਅਸੀਂ ਬੋਰਡਿੰਗ ਪਾਸ ਸਾਡੇ ਹੋ ਚੁੱਕੇ ਨੇ। ਸੋ ਅਸੀਂ ਆਪਣੀ ਫਲਾਈਟ ਤੋਂ 3-4 ਘੰਟੇ ਪਹਿਲਾਂ ਪਹੁੰਚ ਚੁੱਕੇ ਸੀਗੇ, ਜਿਹਦੇ ਕਰਕੇ ਕਾਫੀ ਵੇਟ ਕਰਨੀ ਪਈ। ਕਹਿੰਦੇ ਪਾਵਰ ਬੈਂਕ ਨਹੀਂ ਲੈ ਜਾ ਸਕਦੇ ਜੀ। ਪਾਵਰ ਬੈਂਕ ਡਿਸਪੋਜ਼ ਕਰਾਈ, ਅੱਧਾ ਘੰਟਾ ਖਰਾਬ ਕਰਤਾ ਤੇ ਫਲਾਈਟ 'ਚ ਬੈਠਣ ਤੋਂ ਮੈਂ ਲੇਟ ਹੋ ਗਿਆ। ਕਸਟਮਰ ਨੇ ਬਹੁਤ ਤੰਗ ਕੀਤਾ। ਦੂਜੇ ਨੰਬਰ ਤੇ ਲਗੇਜ ਵਾਲੇ ਨੇ ਬਹੁਤ ਤੰਗ ਕੀਤਾ। ਸੋ ਇੰਟਰਨੈਸ਼ਨਲ ਫਲਾਈਟ ਦਾ ਮੇਰਾ ਫਸਟ ਐਕਸਪੀਰੀਅੰਸ। ਸੋ ਫਾਈਨਲੀ ਆਈ ਐਮ ਇਨ। ਫਾਈਨਲੀ ਮੈਂ ਬੈਠ ਗਿਆ ਜੀ ਸੀਟ ਤੇ। ਅਗਲੀ ਸਟੇ ਹੈਗੀ ਸ਼ਾਰਜਾ, ਉਹ ਮਿਲਦੇ ਆ ਸ਼ਾਰਜਾ ਜਾ ਕੇ। ਸੋ ਇਹ ਸੀਗਾ ਜੀ ਮੇਰਾ ਫਸਟ ਇੰਟਰਨੈਸ਼ਨਲ ਟੇਕ ਆਫ। ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਤੇ ਤੁਹਾਨੂੰ ਪਤਾ ਜਿਵੇਂ ਅੱਜ ਕੱਲ੍ਹ ਰਸ਼ੀਆ ਤੇ ਯੂਕਰੇਨ ਦੀ ਵਾਰ ਚੱਲ ਰਹੀ ਆ, ਉਹ ਤੋਂ ਕੁਝ ਕੁ ਮਹੀਨੇ ਪਹਿਲਾਂ ਦਾ ਮੇਰਾ ਇਹ ਟ੍ਰਿਪ ਸੀ। ਸੋ ਪਹੁੰਚ ਚੁੱਕੇ ਹਾਂ ਸ਼ਾਰਜਾ, ਦੁਬਈ। ਤੋ ਸ਼ਾਰਜਾ ਪਹੁੰਚ ਚੁੱਕੇ ਹਾਂ ਜੀ ਅਸੀਂ। ਇੱਥੋਂ ਹੁਣ ਅਸੀਂ ਜਾਣਾ ਅੱਗੇ ਮਾਸਕੋ। ਇੱਥੇ ਸਾਡੀ ਸਟੇ ਆ 2 ਘੰਟੇ ਦੀ। ਸ਼ਾਰਜਾ ਦੁਬਈ 에ਅਰਪੋਰਟ ਤੇ 2-3 ਘੰਟੇ ਦੀ ਸਟੇ ਤੋਂ ਬਾਅਦ ਅਸੀਂ ਹੁਣ ਜਾ ਰਹੇ ਹਾਂ ਮਾਸਕੋ, ਰਸ਼ੀਆ। ਫਾਈਨਲੀ 4 ਘੰਟੇ ਖੱਜਲ ਖਵਾਰ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਤੋਂ ਸਾਨੂੰ ਐਂਟਰੀ ਮਿਲ ਗਈ ਹੈ ਜੀ ਰਸ਼ੀਆ ਦੀ। ਬਹੁਤ ਅਜੀਬ ਐਕਸਪੀਰੀਅੰਸ ਸੀਗਾ। 4 ਘੰਟੇ ਬੈਠੇ ਰਹੇ ਅਸੀਂ। ਨਾ ਉੱਥੇ ਕੋਈ ਕੰਟੀਨ ਹੈ, ਨਾ ਕੁਛ ਹੋਰ ਹੈ, ਨਾ ਕੁਛ ਖਾਣ ਨੂੰ, ਨਾ ਕੁਛ ਪੀਣ ਨੂੰ। ਤੇ ਸਾਨੂੰ ਲੱਗਦਾ ਸੀ ਕਿਤੇ ਰਿਪੋਰਟ ਹੀ ਨਾ ਮਾਰ ਦੇਣ। ਪਰ ਇੰਨੇ ਸਵਾਲ ਜਵਾਬ ਕਰਨ ਤੋਂ ਬਾਅਦ, ਕਿੱਥੇ ਰਹਿੰਦੇ ਹੋ, ਕੀ ਕਰਦੇ ਹੋ, ਕਿਉਂ ਆਏ ਹੋ, ਕੀ ਕੰਮ ਕਰਦੇ ਹੋ, ਕਾਹਤੇ ਆਏ ਹੋ, ਇਹ ਉਹ ਕਰਨ ਤੋਂ ਬਾਅਦ ਸਾਨੂੰ ਐਂਟਰੀ ਦੇ ਦਿੱਤੀ ਹੈ ਜੀ ਸਾਰਿਆਂ ਨੂੰ। ਵੈਲਕਮ ਟੂ ਮਾਸਕੋ, ਰਸ਼ੀਆ। ਮੇਰਾ ਤਾਂ ਬੈਗ ਹੀ ਨਹੀਂ ਹੈਗਾ ਇੱਥੇ। ਲੋ ਮੇਰਾ ਬੈਗ ਆ ਗਿਆ। ਸੋ ਜਦੋਂ ਅਸੀਂ ਦਿੱਲੀ 에ਅਰਪੋਰਟ ਤੋਂ ਚੜ੍ਹੇ ਸੀਗੇ, ਸਾਨੂੰ ਕੁਝ ਵੀ ਨਹੀਂ ਸੀਗਾ ਮਾਈਂਡ ਦੇ ਵਿੱਚ ਵੀ ਸਾਨੂੰ ਮਾਸਕੋ ਜਾ ਕੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਊਗਾ, ਕਿਉਂਕਿ ਮਾਸਕੋ ਰਸ਼ੀਆ ਦੀ ਜਿਹੜੀ ਇਮੀਗ੍ਰੇਸ਼ਨ ਆ ਬਹੁਤ ਜ਼ਿਆਦਾ ਸਟ੍ਰਿਕਟ ਆ। ਸਾਨੂੰ ਘੱਟੋ ਘੱਟ 5 ਤੋਂ 6 ਘੰਟੇ ਬਿਠਾ ਕੇ ਰੱਖਿਆ ਉਹਨਾਂ ਨੇ। ਬਹੁਤ ਜ਼ਿਆਦਾ ਸਵਾਲ ਜਵਾਬ ਕੀਤੇ, ਸਾਡੇ ਡਾਕੂਮੈਂਟਸ ਕੀਤੇ। ਸਾਡੇ ਹੋਟਲ ਦੇ ਵਿੱਚ ਉਹਨਾਂ ਨੇ ਕਾਲ ਕਰਕੇ ਕਨਫਰਮ ਕੀਤਾ ਵੀ ਹਾਂ ਇਹਨਾਂ ਦੀ ਬੁਕਿੰਗ ਹੈ ਜਾਂ ਨਹੀਂ। ਸੋ ਗਰੁੱਪ ਕਰਕੇ ਸਾਨੂੰ ਬਹੁਤ ਈਜ਼ੀਲੀ ਐਂਟਰੀ ਮਿਲ ਗਈ। ਸੋ ਜਿਹੜੇ ਇਕੱਲੇ ਆਉਂਦੇ ਨੇ ਧਿਆਨ ਰੱਖਣਾ। ਅਸੀਂ ਆ ਗਏ 에ਅਰਪੋਰਟ ਤੋਂ ਬਾਹਰ। ਕੀ ਕਰਨਾ ਇੱਥੋਂ, ਕੀ ਕਰਨਾ ਇੱਥੋਂ? 에ਅਰਪੋਰਟ ਤੋਂ ਬਾਹਰ ਆਉਂਦੇ ਸਾਰ ਸਭ ਤੋਂ ਪਹਿਲਾਂ ਅਸੀਂ ਕੀਤੀ ਟੈਕਸੀ ਬੁੱਕ। तो ਅਸੀਂ ਹੁਣ ਚੱਲੇ ਆ ਹੋਟਲ। ਟੈਕਸੀ 'ਚ 5500 ਰੁਪਏ 'ਚ ਕੀਤੀ ਟੈਕਸੀ। ਪਾਣੀ ਨਹੀਂ ਲੱਗਣ ਲੱਗਿਆ 에ਅਰਪੋਰਟ ਤੋਂ ਬਾਹਰ। ਨਾ ਕੁਝ ਖਾਧਾ, ਨਾ ਕੁਝ ਪੀਤਾ। ਸੋ ਰਸ਼ੀਆ ਦੇ ਜਿਹੜੇ ਟੈਕਸੀ ਵਾਲੇ ਨੇ ਬਹੁਤ ਜ਼ਿਆਦਾ ਸਕੈਮ ਕਰਦੇ ਆ ਟੂਰਿਸਟਾਂ ਨਾਲ। ਸਾਡੇ ਨਾਲ ਵੀ ਹੋਇਆ, ਇੱਕ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ। ਰੋਜ਼ਾ ਕੰਮ ਹੋਊਗਾ। ਓ ਮਾਈ ਗॉड, ਕੀ ਬਾਤ ਹੈ। ਕੰਮ ਸਹੀ ਗੱਲ ਹੈ। Holiday Inn Express. Yes, Holiday Inn. 100 rubles. 2 rubles. अच्छा ओके 2 रूबल ਦਾ। ਸੋ ਇਹ ਜਿਹੜਾ ਟੈਕਸੀ ਡਰਾਈਵਰ ਹੈ ਇਹਨੇ ਸਾਡੇ ਨਾਲ ਕੀਤੀ ਠੱਗੀ। ਤੁਸੀਂ ਦੇਖਿਆ ਹੋਣਾ, ਇਹਨੇ ਇੱਕ ਬੋਤਲ ਦਾ 2 ਰੂਬਲ ਤੁਹਾਡੇ ਸਾਹਮਣੇ ਕਿਹਾ। ਜਦੋਂ ਅਸੀਂ ਉਤਰਨਾ ਇਹਨੇ ਉੱਥੇ ਜਾ ਕੇ ਸਾਡੇ ਤੋਂ 100 ਰੂਬਲ ਮੰਗਣ ਲੱਗ ਜਾਣੇ ਆ। ਸੋ ਇਹ ਬੰਦੇ ਨੇ ਚੀਟਿੰਗ ਕੀਤੀ। ਪਤਾ ਨਹੀਂ ਕੀ ਇਹਨਾਂ ਦਾ ਸਿਸਟਮ ਹੈ। ਟੂਰਿਸਟਾਂ ਨੂੰ ਇਹ ਬਹੁਤ ਜ਼ਿਆਦਾ ਥੋੜ੍ਹਾ ਜਿਹਾ ਲੁੱਟਦੇ ਆ। ਸੋ ਇਹਨਾਂ ਤੋਂ ਬਚ ਕੇ ਰਹੋ, ਤੁਹਾਨੂੰ ਦਿਖਾਉਂਦੇ ਆ ਅੱਗੇ। हंड्रेड 100 100 Да. 100 है 100. 1. Da. 2 rubles you say 2 rubles 1 bottle. 100 rubles. 1 bottle 2 ruble. You say 2 रूबल 2 One ruble bottle. all You people say. sell. यस say 2 रूबल 1 bottle. How much? 100 100. But you say 2. But you say 2. Zatvia. No, you No, say you 2 say ruble. 2 रूबल 2 ruble you say. ਸੋ ਕਰਨਾ ਕੀ ਸੀਗਾ, ਜਿਹੜਾ ਟੈਕਸੀ ਡਰਾਈਵਰ ਸੀ ਉਹਨੂੰ ਹੋਟਲ ਦੇ ਅੰਦਰ ਲੈ ਕੇ ਗਏ ਸੀ। ਉੱਥੇ ਜਿਹੜੇ ਅੰਦਰ ਬੰਦੇ ਸੀਗੇ ਉਹਨਾਂ ਨਾਲ ਗੱਲਬਾਤ ਕਰਵਾਈ ਤੇ ਫਾਈਨਲੀ $1 ਲੈ ਕੇ ਉਹਨੇ ਸਾਡਾ ਖਹਿੜਾ ਛੱਡਿਆ। ਤੇ ਅਸੀਂ ਸਭ ਨੇ ਹੋਟਲ ਦੇ ਵਿੱਚ ਇੱਥੇ ਚੈੱਕ ਇਨ ਕੀਤਾ। 200 rubles. Да, 200 рублей. А? 200 рублей или сколько? 50 рублей. 50 рублей. ਪਤਾ ਨਹੀਂ ਕਿੰਨੇ ਘੰਟਿਆਂ ਦੇ ਸਫ਼ਰ ਤੋਂ ਬਾਅਦ ਫਾਈਨਲੀ ਅਸੀਂ ਪਹੁੰਚੇ ਆਪਣੇ रूम 'ਚ। बहुत मुश्किलों के बाद पहुंचे हैं हम इस घरा में। हाँ बहुत लंबी यात्रा थी हमारी, जो कि बहुत ही कठिनाइयों से गुजरी। बिल्कुल और गुजरने के बाद हम बहुत मुश्किल से इस रूम में पहुंचे हैं। सही गल है। कल 3 बजे से सोते हुए
बस ਪੁੱਛੋ ਹੀ ਨਾ। पूछो ही ना कुछ भी, एक मिनट की आवाज ही नहीं है अगे, कोई लगी साडी भाई कोई आवाज ही नहीं है अगे। ਸਹੀ ਗੱਲ ਹੈ। ਉਰੇ ਵੀਰੇ ਚਾਰਜ ਦਾ ਹੱਲ ਕਰੋ, ਚਾਰਜ ਕਿਵੇਂ ਲੱਗੂ ਫੋਨ? ਲੱਗ ਨਹੀਂ ਰਿਹਾ ਤਾਂ ਕੰਮ ਗਲਤ ਹੈ। ਕੁਝ ਖਾਣ ਪੀਣ ਦਾ ਸਮਾਨ ਲੈਣ ਚੱਲੇ ਦੀ ਸਮਝ ਨਹੀਂ ਆਉਂਦੀ ਕਿ ਕਿਸੇ ਨੂੰ ਕੀ ਪੁੱਛੀਏ। ਰਸ਼ੀਅਨ ਸਾਨੂੰ ਨਹੀਂ ਆਉਂਦੀ, ਇੰਗਲਿਸ਼ ਇਹਨਾਂ ਨੂੰ ਨਹੀਂ ਆਉਂਦੀ, ਇੰਗਲਿਸ਼ ਇਹਨਾਂ ਨੂੰ ਨਹੀਂ ਆਉਂਦੀ ਹੈਗੀ, ਤੇ ਹੁਣ ਸਮਝ ਨਹੀਂ ਆ ਰਹੀ ਹੈਗੀ ਵੀ ਵਾਰਤਾਲਾਪ ਕਿਵੇਂ ਕਰੀਏ। बहुत ज्यादा प्रॉब्लम क्रिएट हो रखी है ਹੋਰ ਤੇ ਦੂਜੀ ਗੱਲ ना हमें सामान मिल रहा कोई ਕੁਝ ਵੀ ਨਹੀਂ ਮਿਲ ਰਿਹਾ। ਦੂਜੀ ਗੱਲ ਲਿਖਿਆ ਪਤਾ ਨਹੀਂ ਰਸ਼ੀਅਨ ਆਪਣੀ ਲੈਂਗੁਏਜ 'ਚ ਲਿਖਿਆ ਹੋਇਆ ਇਹਨਾਂ ਨੇ, ਤੇ ਸਾਨੂੰ ਪੜ੍ਹਨਾ ਨਹੀਂ ਆ ਰਿਹਾ, ਨੈਟ ਸਾਡਾ ਚੱਲ ਨਹੀਂ ਰਿਹਾ, ਤੇ ਪੈਸੇ ਸਾਡੇ ਕੋਲ ਇੰਡੀਅਨ ਰੁਪੀਜ਼ ਨੇ, ਇੱਧਰਲੀ ਕਰੰਸੀ ਸਾਡੇ ਕੋਲ ਹੈ ਨਹੀਂ, ਤੇ ਅਸੀਂ ਆ ਕੇ ਮੂੰਹ ਚੱਕ ਕੇ ਰਸ਼ੀਆ। करेंसी डॉलर नहीं डॉलर इतने नहीं चला रहे। ਹੋਰ ਸਮਝ ਨਹੀਂ ਆ ਰਹੀ ਕੀ ਕਰ ਰਹੇ ਨੇ। ਚਲੋ ਦੇਖੋ ਕੀ ਬਣਦਾ। ਸੋ ਹੋਟਲ ਦੇ ਵਿੱਚ ਅਸੀਂ ਸ਼ਾਮ ਨੂੰ ਚੈੱਕ ਇਨ ਕੀਤਾ ਸੀ ਤੇ ਉੱਥੇ ਡਿਨਰ ਦਾ ਕੋਈ ਪ੍ਰਬੰਧ ਨਹੀਂ ਸੀ। ਹੁਣ ਅਸੀਂ ਨਿਕਲਿਆ ਮਾਰਕੀਟ ਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਕਰਨਾ। ਉਹ ਕਹਿੰਦਾ ਸਾਹਮਣੇ ਆ ਵੀਰੇ। ਇੱਕ ਤਾਂ ਰਾਤ ਦਾ ਟਾਈਮ ਹੋ ਗਿਆ ਸੀ, ਸਭ ਕੁਝ ਕਲੋਜ਼ ਹੋਣ ਲੱਗੇ ਸੀਗੇ ਪਰ ਸਟੋਰ। ਆਪਾਂ ਖਾਣ ਨੂੰ ਤਾਂ ਫਿਰ ਵੀ ਨਹੀਂ ਮਿਲਿਆ ਕੁਝ ਆਪਾਂ ਨੂੰ। ਆਪਾਂ ਹੁਣ ਕੀ ਲੈਣਾ? पानी की बढ़िया बोतल ठंडी है, ਹਾਂ टोकरी लेना, टोकरी देख ਟੋਕਰੀ ਲੈ ਕੇ ਆਉਣਾ ਮੈਂ। ਮੇਰੇ ਬਕਟ ਸੋ ਸਟੋਰ ਦੇ ਵਿੱਚ ਸਾਨੂੰ ਇਦਾਂ ਸੀਗਾ ਵੀ ਕੁਝ ਅਸੀਂ ਇੰਡੀਅਨ ਫੂਡ ਲੈ ਕੇ ਜਾਵਾਂਗੇ, ਬਟ ਜਦੋਂ ਸਟੋਰ ਦੇ ਵਿੱਚ ਗਏ ਇੱਥੇ ਕੁਝ ਇਹਨਾਂ ਦੇ ਕਲਚਰ ਦੇ ਹਿਸਾਬ ਨਾਲ ਚੀਜ਼ਾਂ ਸੀਗੀਆਂ, ਸੋ ਸਾਨੂੰ ਉਹ ਲੈ ਕੇ ਆਉਣੀਆਂ ਪਈਆਂ ਤੇ ਅਸੀਂ ਪਹੁੰਚੇ ਫਾਈਨਲੀ ਹੋਟਲ ਦੇ ਵਿੱਚ। ਸੋ ਬੇਸਿਕਲੀ ਕੀ ਹੁੰਦਾ, ਜਿਹੜਾ ਪੰਜਾਬੀ ਬੰਦਾ ਆ ਉਹਨੂੰ ਚਾਹ ਬਹੁਤ ਪਸੰਦ ਹੁੰਦੀ ਆ। ਸੋ ਮੈਨੂੰ ਇਦਾਂ ਸੀਗਾ ਵੀ ਇੱਥੇ ਚਾਹ ਮਿਲ ਜੂਗੀ, ਮਸ਼ੀਨੀ ਚਾਹ ਮਿਲ ਜਾਵੇ, ਚਾਹੇ ਜੇ ਨਾਰਮਲ ਚਾਹ ਨਹੀਂ ਮਿਲਦੀ, ਬਟ ਉੱਥੇ ਵੀ ਨਹੀਂ ਸੀਗਾ। ਇੱਥੇ ਤਾਂ ਦੁੱਧ ਦਾ ਵੀ ਨਹੀਂ ਕੋਈ ਸਿਸਟਮ ਸੀਗਾ, ਤੇ ਹੋਰ ਵੱਡੀ ਗੱਲ ਹੋਟਲ ਦੇ ਵਿੱਚ ਪਾਣੀ ਦਾ ਵੀ ਐਡਾ ਕੋਈ ਸਿਸਟਮ ਨਹੀਂ ਸੀਗਾ। ਬਸ ਉਹਨਾਂ ਨੇ ਸਾਨੂੰ ਇੱਕ ਰੂਮ ਦਿੱਤਾ ਸੀਗਾ ਤੇ ਦੂਸਰਾ ਸੀਗਾ ਬ੍ਰੇਕਫਾਸਟ। ਸੋ ਆਹ ਇੱਥੇ ਦਾ ਸਿਸਟਮ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਹੀ ਅਸੀਂ ਆਪਣਾ ਫਿਰ ਟਾਈਮ ਪਾਸ ਕੀਤਾ। ਤੇ ਤੁਹਾਨੂੰ ਮੈਂ ਆਪਣੇ ਰੂਮ ਦਾ ਵਿਊ ਦਿਖਾ ਦਿੰਦਾ ਇੱਥੋਂ ਵੀ ਕੀ ਵਿਊ ਹੈ। ਆ ਲੈ, ਆ ਇੱਧਰ ਝਾਤੀ ਮਾਰ ਲਓ, ਇੱਧਰ ਝਾਤੀ ਮਾਰ ਲਓ। ਉਹ ਰਾਤ ਨੂੰ ਰੈਸਟ ਕਰਨ ਤੋਂ ਬਾਅਦ ਫਸਟ ਡੇ ਇਨ ਮਾਸਕੋ ਰਸ਼ੀਆ, ਹੋਟਲ ਦੇ ਵਿੱਚ ਆਏ ਅਸੀਂ ਬ੍ਰੇਕਫਾਸਟ ਕਰਨ, ਤੇ ਇੱਥੇ ਆ ਕੇ ਜੋ ਵੀ ਸਿਸਟਮ ਤੁਸੀਂ ਦੇਖ ਸਕਦੇ ਹੋ ਸਾਰਾ ਕੀ ਕੁਛ ਆ। ਮੈਨੂੰ ਇੱਦਾਂ ਸੀਗਾ ਵੀ ਕੁਛ ਇੰਡੀਅਨ ਫੂਡ ਮਿਲੂਗਾ, ਬਟ ਇੱਥੇ ਵੀ ਨਹੀਂ ਸੀਗਾ। ਤੇ ਫਿਰ ਅਸੀਂ ਟਰਾਈ ਕੀਤਾ ਸਾਰਾ ਰਸ਼ੀਅਨ ਦਾ ਫੂਡ, ਜੋ ਉਹ ਲੋਕਾਂ ਨੂੰ ਚੀਜ਼ਾਂ ਪਸੰਦ ਨੇ। ਅਸੀਂ ਵੀ ਕੋਸ਼ਿਸ਼ ਕੀਤੀ ਆ ਉਹ ਖਾਣ ਦੀ। ਚਲੋ ਪਹਿਲੀ ਵਾਰ ਤਾਂ ਵਧੀਆ ਸੀਗੀ, ਬਟ ਡੇਲੀ ਸਾਨੂੰ ਇਹੀ ਜਿੰਨੇ ਦਿਨ ਅਸੀਂ ਰਹੇ ਹਾਂ, ਅਸੀਂ 7-8 ਦਿਨ ਰਸ਼ੀਅਨ ਫੂਡ ਹੀ ਖਾਧਾ, ਰੋਟੀ ਨੂੰ ਤਰਸ ਗਏ ਸੀਗੇ ਅਸੀਂ। ਸੋ ਮੇਰੇ ਵਰਗੇ ਨੂੰ ਤਾਂ ਆਹ ਸੈਂਡਵਿਚ ਬਣਾਉਣਾ ਆਉਂਦਾ ਸੀਗਾ। ਸੋ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਆਹ ਐਗ ਭੁਰਜੀ ਹੈ। ਸੋ ਕੌਫੀ ਪੀ ਕੇ, ਕੌਫੀ ਇੱਕ ਬਹੁਤ ਵੱਡਾ ਸਹਾਰਾ ਸੀਗਾ ਇੱਥੇ। ਸੋ ਕੌਫੀ ਅਸੀਂ ਇੱਥੇ ਬਹੁਤ ਜ਼ਿਆਦਾ ਪੀਤੀ ਹੈ ਸਾਰੇ ਜਣਿਆਂ ਨੇ। ਸੋ ਵੀਰੋ ਤੇ ਭੈਣੋ, ਹੁਣ ਤੁਸੀਂ ਦੇਖੋਗੇ ਕੌਫੀ ਦੇ ਸ਼ਾਟ ਕਲੋਜ਼ ਅਪ। ਤੁਸੀਂ ਦੇਖ ਸਕਦੇ ਹੋ ਕਿੱਦਾਂ ਇੱਕ ਹੱਥ ਨਾਲ ਕੈਮਰਾ ਫੜ ਕੇ ਤੇ ਦੂਜੇ ਹੱਥ ਨਾਲ ਖਾਣਾ ਖਾਦਾ। ਸਤਿ ਸ਼੍ਰੀ ਅਕਾਲ ਜੀ। ਹੁਣ ਮੈਂ ਚੱਲਿਆ ਇੱਥੇ ਸਿਮ ਲੈਣ, ਤੇ ਹੋਟਲ 'ਚੋਂ ਨਿਕਲਿਆ ਮੈਂ ਸਿਮ ਲੈਣ ਚੱਲਿਆ। ਇੰਟਰਨੈਟ ਮੇਰਾ ਹੋਟਲ ਦੇ ਵਿੱਚ ਚੱਲਦਾ ਸੀਗਾ ਵਾਈਫਾਈ, ਬਸ ਉੱਥੋਂ ਗੂਗਲ ਮੈਪ ਲਾ ਲਿਆ ਮੈਂ, ਤੇ ਕੁਛ ਕੁ ਟਰਾਂਸਲੇਸ਼ਨਾਂ ਇੰਗਲਿਸ਼ ਟੂ ਰਸ਼ੀਅਨ ਕਰਕੇ ਮੈਂ ਸਕਰੀਨਸ਼ਾਟ ਰੱਖ ਲਏ ਵੀ ਤਾਂ ਕਿ ਮੈਨੂੰ ਜਾ ਕੇ ਬਾਹਲੀ ਮਗਜ ਨਾ ਮਾਰਨਾ ਹੋਵੇ। ਉਹਨਾਂ ਨੂੰ ਸਕਰੀਨਸ਼ਾਟ ਦਿਖਾ ਦੂੰਗਾ ਤੇ ਦੇਖੋ ਬਾਕੀ ਕੀ ਬਣਦਾ। ਹਾਂ, ਬਾਕੀ ਜੇ ਤੁਸੀਂ ਇੱਥੇ ਕਿਸੇ ਨੇ ਆਉਣਾ ਤਾਂ ਤੁਹਾਡੇ ਕੋਲ ਇੰਟਰਨੈਟ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਤੁਸੀਂ ਕੁਝ ਵੀ ਉਹਨਾਂ ਨੂੰ ਪੁੱਛਣਾ ਆਪਣਾ ਟਰਾਂਸਲੇਟ ਕਰੋ ਤੇ ਉਹਨਾਂ ਨੂੰ ਪੁੱਛੋ। ਬਿਨਾਂ ਇੰਟਰਨੈਟ ਤੋਂ ਤੁਸੀਂ ਉਰੇ ਸਰਵਾਈਵ ਨਹੀਂ ਕਰ ਸਕਦੇ। ਇਸੇ ਕਰਕੇ ਹੁਣ ਮੈਂ ਸਿਮ ਲੈਣ ਚੱਲਿਆ। ਸੋ ਜੀ ਹੋਟਲ ਵਿੱਚ ਬ੍ਰੇਕਫਾਸਟ ਕਰਨ ਤੋਂ ਬਾਅਦ ਫਾਈਨਲੀ ਮੈਂ ਨਿਕਲਿਆ ਹੋਟਲ ਤੋਂ ਬਾਹਰ, ਕਿਉਂਕਿ ਮੈਂ ਸਿਮ ਲੈਣ ਵੀ ਜਾਣਾ ਸੀਗਾ ਤੇ ਥੋੜੀ ਜਿਹੀ ਸਿਟੀ ਵੀ ਦੇਖਣੀ ਸੀਗੀ। ਸੋ ਮੈਂ ਆਪਣੇ ਗਰੁੱਪ ਨੂੰ ਛੱਡ ਕੇ, ਆਪਣੇ ਫਰੈਂਡ ਸਰਕਲ ਨੂੰ ਹੋਟਲ ਦੇ ਵਿੱਚ ਛੱਡ ਕੇ ਮੈਂ ਇਕੱਲਾ ਹੀ ਸਿਮ ਲੈਣ ਆ ਗਿਆ। ਤੇ ਮੈਂ ਸੋਚਿਆ ਵੀ ਮੈਨੂੰ ਕੁਛ ਕੁ ਮਾਹੌਲ ਦੇਖਣਾ ਚਾਹੀਦਾ, ਕਿਉਂਕਿ ਮੈਂ ਫਸਟ ਟਾਈਮ ਆਊਟ ਆਫ ਕੰਟਰੀ ਆਇਆ ਸੀਗਾ। ਸੋ ਇੱਕ ਚੀਜ਼ ਹੋਰ, ਮੈਂ ਇਕੱਲਾ ਤੁਰਿਆ ਜਾ ਰਿਹਾ ਸੀਗਾ। ਇੱਥੇ ਨਾ ਇੰਡੀਅਨ ਨੂੰ ਦੇਖ ਕੇ ਬਹੁਤ ਜ਼ਿਆਦਾ ਲੋਕੀ ਚਿੜਦੇ ਆ। ਸੋ ਮੈਨੂੰ ਇੱਦਾਂ ਲੱਗਦਾ ਸੀਗਾ ਵੀ ਮੈਨੂੰ ਬਹੁਤ ਬੁਰੀ ਨਜ਼ਰ ਨਾਲ ਦੇਖ ਰਹੇ ਆ ਲੋਕ। ਸੋ ਚਲੋ ਉਹ ਚੀਜ਼ਾਂ ਛੱਡੋ, ਤੇ ਬਾਕੀ ਹੋਰ ਇੱਥੇ ਦਾ ਵੈਦਰ ਬਹੁਤ ਸੋਹਣਾ ਲੱਗਿਆ। ਠੰਡ ਸੀਗੀ, ਮਿੱਠੀ ਜੀ ਠੰਡ ਸੀਗੀ।
ਨਾ ਜ਼ਿਆਦਾ ਠੰਡ ਸੀ ਨਾ ਜ਼ਿਆਦਾ ਗਰਮੀ ਸੀਗੀ, ਬਹੁਤ ਵਧੀਆ ਮੌਸਮ ਸੀਗਾ, ਧੁੱਪ ਬਹੁਤ ਘੱਟ ਸੀਗੀ। ਸੋ ਆਹ ਚੀਜ਼ਾਂ ਨੇ ਕੁਝ ਕੁ ਸ਼ਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸੋ ਸਭ ਤੋਂ ਪਹਿਲਾਂ ਮੈਂ ਸਮਝਿਆ ਸੀ ਸਿਮ ਲੈਣਾ ਮੈਨੂੰ ਚਾਹੀਦਾ, ਕਿਉਂਕਿ ਇੰਟਰਨੈਟ ਤੋਂ ਬਿਨਾਂ ਇੱਥੇ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਆ। ਸੋ ਸਾਡੇ ਗਰੁੱਪ ਦੇ ਵਿੱਚ ਸਿਰਫ ਮੇਰੇ ਕੋਲ ਹੀ ਸਿਮ ਸੀਗਾ, ਹੋਰ ਕਿਸੇ ਬੰਦੇ ਨੇ ਸਿਮ ਨਹੀਂ ਲਿਆ ਸੀਗਾ। ਸੋ ਮੇਰੇ ਸਿਮ ਦੇ ਉਹਦੇ ਕਰਕੇ ਅਸੀਂ ਸਾਰੀਆਂ ਚੀਜ਼ਾਂ ਅੱਗੇ ਮੈਨੇਜ ਕੀਤੀਆਂ। ਤੁਸੀਂ ਦੇਖੋ ਅੱਗੇ ਵੀਡੀਓ 'ਚ। ਕਾਨ ਹੀ ਨਹੀਂ ਲੱਭਦੀ ਪਈ ਆ ਸਿਮ ਕਾਰਡ ਵਾਲੀ। ਹੁਣ ਤਾਂ ਮੇਰਾ ਇੱਥੇ ਇੰਟਰਨੈਟ ਵੀ ਨਹੀਂ ਚੱਲਦਾ, ਮੈਂ ਲੱਭੂਗਾ ਕਿਵੇਂ? ਤੇ ਇੱਕ ਦੋ ਜਣੇ ਨੂੰ ਪੁੱਛਿਆ, ਉਹਨਾਂ ਨੂੰ ਵੈਸੇ ਨਹੀਂ ਸਮਝ ਆ ਰਹੀ। ਸਕਰੀਨਸ਼ਾਟ ਦਿਖਾਇਆ ਵੀ ਵੇਅਰ ਇਜ਼ ਸਿਮ ਕਾਰਡ ਸ਼ਾਪ, ਤੇ ਇੱਕ ਨੇ ਭੇਜਿਆ ਤੇ ਹਾਲੇ ਤੱਕ ਦੁਕਾਨ ਓਪਨ ਹੋਈ ਨਹੀਂ ਹੈਗੀ। ਤੇ ਬਸ ਇੱਕ ਵਾਰ ਸਿਮ ਕਾਰਡ ਮਿਲ ਗਿਆ, ਉਹ ਤੋਂ ਬਾਅਦ ਫਿਰ ਕੋਈ ਪਰੇਸ਼ਾਨੀ ਨਹੀਂ। ਉਹ ਤੋਂ ਬਾਅਦ ਇੰਟਰਨੈਟ 'ਤੇ ਸਰਚ ਕਰੋ ਜੋ ਚਾਹੀਦਾ ਤੇ ਪਾਓ, ਦੈਟਸ ਇਟ। ਹਾਲੇ ਫਿਲਹਾਲ ਮੈਨੂੰ ਬਹੁਤ ਮੁਸ਼ਕਿਲ ਹੋਈ ਪਈ ਹੈ, ਸਮਝ ਨਹੀਂ ਆ ਰਹੀ ਕੁਝ ਵੀ, ਨਾ ਲੋਕਾਂ ਨੂੰ ਮੇਰੀ ਲੋਕਾਂ ਨੂੰ। ਬਸ ਇੱਕ ਵਾਰ ਸਿਮ ਕਾਰਡ ਮਿਲ ਜਾਵੇ, ਉਹ ਤੋਂ ਬਾਅਦ ਦੇਖਦੇ ਹਾਂ ਅੱਗੇ ਕੀ ਬਣਦਾ। ਵਲੌਗ ਨੂੰ ਖਤਮ ਕਰਨ ਲੱਗੇ ਆਪਾਂ ਇੱਥੇ ਹੀ। ਸੋ ਅਗਲਾ ਰਸ਼ੀਆ ਟੂਰ ਵਲੌਗ ਸੀਰੀਜ਼ ਦੇਖਣ ਲਈ ਸਾਡਾ ਜਿਹੜਾ YouTube ਚੈਨਲ ਆ ਜੀ, ਰੀਲ ਲਾਈਫ ਸਟੂਡੀਓਜ਼। ਸੋ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਰਸ਼ੀਆ ਟੂਰ ਦੀ ਮੇਰੀ ਪੂਰੀ ਇੱਕ ਸੀਰੀਜ਼ ਹੈ। ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਦੇ ਉੱਤੇ ਰਸ਼ੀਆ ਟੂਰ ਪਲੇਲਿਸਟ ਵੀ ਬਣੀ ਹੋਈ ਹੈ, ਤੁਸੀਂ ਉੱਥੇ ਜਾ ਕੇ ਵੀ ਮੇਰੇ ਸਾਰੇ ਵਲੌਗ ਦੇਖ ਸਕਦੇ ਹੋ। ਸੋ ਪਲੀਜ਼